ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਦੋਂ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਿਦੁਆਰ ਵਿਖੇ ਗਏ। ਜਦੋਂ ਹਜ਼ੂਰ ਹਰਿਦੁਆਰ ਪਹੁੰਚੇ ਤਾਂ ਉੱਥੇ ਲੋਕ ਆਪਣੇ ਬਜ਼ੁਰਗਾਂ ਦੀ ਮੋਕਸ਼ ਵਾਸਤੇ ਪੂਜਾ ਕਰਵਾ ਰਹੇ ਸੀ ਅਤੇ ਉਸ ਪੂਜਾ ਵਿੱਚ ਇੱਕ ਪੰਡਿਤ ਨੂੰ ਨਾਲ ਲੈ ਕੇ ਸਾਰੇ ਆਪਣੇ ਆਪਣੇ ਬਜ਼ੁਰਗਾਂ ਨੂੰ ਸੂਰਜ ਦੀ ਤਰਫ ਮੂੰਹ ਕਰਕੇ ਜਲ ਅਰਪਣ ਕਰ ਰਹੇ ਸੀ। ਗੁਰੂ ਸਾਹਿਬ ਨੇ ਇੱਕ ਵਿਅਕਤੀ ਵੱਲ ਦੇਖਿਆ ਤੇ ਉਸ ਦਾ ਮਨ ਪੜਿਆ। ਉਸ ਦੇ ਮਨ ਵਿੱਚ ਇਹ ਸੀ, ਹੱਥੀਂ ਤਾਂ ਉਹ ਜਲ ਦੇ ਰਿਹਾ ਸੀ ਆਪਣੇ ਪੂਰਵਜਾਂ ਨੂੰ, ਪਰ ਉਸ ਦੇ ਮਨ ਵਿੱਚ ਇਹ ਚੱਲ ਰਿਹਾ ਸੀ ਕਿ ਦਿੱਲੀ ਮੇਰਾ ਜਿਹੜਾ ਵਪਾਰ ਹੈ ਕਿਤੇ ਮੇਰੇ ਪਿੱਛੋਂ ਖਰਾਬ ਨਾ ਹੋ ਜਾਵੇ, ਜਾ ਕੇ ਦੁੱਗਣੀ ਤਿੱਗਣੀ ਮਿਹਨਤ ਕਰਨੀ ਪਵੇਗੀ ਤਾਂ ਜਾ ਕੇ ਮੇਰਾ ਜਿਹੜਾ ਕੰਮ ਹੈ ਉਹ ਸੈੱਟ ਹੋਵੇਗਾ। ਅਤੇ ਜੋ ਪੰਡਿਤ ਉਸ ਕੋਲੋਂ ਪੂਜਾ ਕਰਵਾ ਰਿਹਾ ਸੀ ਉਸ ਦੇ ਮਨ ਵਿੱਚ ਸੀ ਕਿ ਇਹ ਈਸ਼ਵਰ ਅੱਜ ਆਪਣੀ ਕਿਰਪਾ ਬਣਾ ਕੇ ਰੱਖੀ ਕਿ ਵੱਧ ਤੋਂ ਵੱਧ ਦਕਸ਼ਨਾ ਮਿਲ ਜਾਵੇ ਇਸ ਵਿਅਕਤੀ ਕੋਲੋਂ। ਇਹ ਸਭ ਦੇਖਦੇ ਹੋਏ ਗੁਰੂ ਸਾਹਿਬ ਕੋਲੇ ਜਾ ਕੇ ਜਿਸ ਪਾਸੇ ਉਹ ਪੰਡਿਤ ਤੇ ਵਿਅਕਤੀ ਜਲ ਦੇ ਰਹੇ ਸੀ, ਗੁਰੂ ਸਾਹਿਬ ਨੇ ਉਸ ਤੋਂ ਉਲਟ ਪਾਸੇ, ਯਾਨੀ ਕਿ ਜਿਸ ਸਾਈਡ ਨੂੰ ਸੂਰਜ ਨਹੀਂ ਸੀ ਉਸ ਸਾਈਡ ਗੁਰੂ ਸਾਹਿਬ ਨੇ ਜਲ ਦੇਣਾ ਸ਼ੁਰੂ ਕਰ ਦਿੱਤਾ। ਇਹ ਦੇਖਦੇ ਹੋਏ ਪੰਡਿਤ ਬੜੇ ਹੀ ਕ੍ਰੋਧ ਵਿੱਚ ਆ ਕੇ ਬੋਲਿਆ ਕਿ ਇਹ ਤੂੰ ਕੀ ਕਰ ਰਿਹਾ ਹੈ ਬਾਬਾ। ਗੁਰੂ ਸਾਹਿਬ ਨੇ ਦੇਖ ਕੇ ਬੋਲਿਆ ਕਿ ਮੈਂ ਜਲ ਦੇ ਰਿਹਾ ਹਾਂ। ਉਹ ਕਹਿਣ ਲੱਗੇ ਕਿ ਜਲ ਸੂਰਜ ਨੂੰ ਦੇਈਦਾ ਹੁੰਦਾ ਹੈ, ਤੂੰ ਪੁੱਠੇ ਪਾਸੇ ਜਲ ਕਿਉਂ ਦੇ ਰਿਹਾ ਹੈ। ਗੁਰੂ ਸਾਹਿਬ ਨੇ ਆਪਣੇ ਗਲੂਏ ਮੁਬਾਰਕ ਤੋਂ ਬੜੀ ਹੀ ਨਿਮਰਤਾ ਨਾਲ ਉਚਾਰਿਆ ਕਿ ਸੂਰਜ ਨੂੰ ਜਲ ਕਿਉਂ ਦੇਣਾ ਹੈ ਪੰਡਿਤ ਜੀ। ਉਹ ਕਹਿੰਦੀ ਕਿ ਇਹ ਜਲ ਐਵੇਂ ਹੀ ਨਹੀਂ ਦਿੱਤਾ ਜਾ ਰਿਹਾ, ਇਹ ਜਲ ਸਾਡੇ ਪੂਰਵਜਾਂ ਤੱਕ ਪਹੁੰਚ ਰਿਹਾ ਹੈ। ਗੁਰੂ ਸਾਹਿਬ ਨੇ ਫਿਰ ਪ੍ਰਸ਼ਨ ਕੀਤਾ ਕਿ ਤੁਹਾਡੇ ਪੂਰਵਜ ਕਿੱਥੇ ਰਹਿੰਦੇ ਨੇ। ਤਾਂ ਪੰਡਿਤ ਨੂੰ ਕੋਈ ਜਵਾਬ ਨਾ ਸੁੱਝਿਆ ਤੇ ਉਸਨੇ ਗੱਲ ਟਾਲ ਕੇ ਜੇ ਕਹਿ ਦਿੱਤਾ ਕਿ ਉਹ ਤਾਂ ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦੇ ਨੇ। ਗੁਰੂ ਸਾਹਿਬ ਨੇ ਫਿਰ ਇਹ ਗੱਲ ਸੁਣ ਕੇ ਦੁਬਾਰਾ ਹੋਰ ਤੇਜ਼ੀ ਨਾਲ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਜਿਸ ਪਾਸੇ ਗੁਰੂ ਸਾਹਿਬ ਪਹਿਲਾਂ ਪਾਣੀ ਦੇ ਰਹੇ ਸੀ। ਪੰਡਿਤ ਫਿਰ ਕ੍ਰੋਧ ਵਿੱਚ ਆ ਗਿਆ ਕਿ ਤੁਸੀਂ ਉਸ ਪਾਸੇ ਪਾਣੀ ਕਿਸ ਨੂੰ ਦੇ ਰਹੇ ਹੋ। ਜਦੋਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਤਾਂ ਹੈਰਾਨ ਰਹਿ ਗਿਆ ਤੇ ਹੱਸਣ ਲੱਗ ਪਿਆ। ਗੁਰੂ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਖੇਤ ਜੋ ਕਿ ਪੰਜਾਬ ਵਿੱਚ ਹਨ ਉਹਨਾਂ ਨੂੰ ਪਾਣੀ ਦੇ ਰਿਹਾ ਹਾਂ। ਤਾਂ ਪੰਡਿਤ ਤੇ ਵਿਅਕਤੀ ਹੱਸਣ ਲੱਗ ਪਏ ਕਿ ਪੰਜਾਬ ਤਾਂ ਇੱਥੋਂ ਕਿੰਨੀ ਦੂਰ ਹੈ, ਤੁਹਾਡਾ ਦਿੱਤਾ ਪਾਣੀ ਤੁਹਾਡੇ ਖੇਤਾਂ ਵਿੱਚ ਕਿਵੇਂ ਪਹੁੰਚ ਸਕਦਾ ਹੈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੇ ਤੁਹਾਡੇ ਪੂਰਵਜ ਤੁਹਾਡੇ ਤੋਂ 1000 ਕਿਲੋਮੀਟਰ ਦੂਰ ਬੈਠੇ ਨੇ, ਜੇ ਉਹਨਾਂ ਤੱਕ ਇਹ ਜਲ ਪਹੁੰਚ ਸਕਦਾ ਹੈ ਤਾਂ ਪੰਜਾਬ ਤਾਂ ਸਿਰਫ ਕੁਝ 100 ਕਿਲੋਮੀਟਰ ਦੂਰ ਹੈ, ਤਾਂ ਮੇਰਾ ਜਲ ਵੀ ਪਹੁੰਚ ਜਾਵੇਗਾ। ਇਹ ਗੱਲ ਸੁਣ ਕੇ ਦੋਨੋਂ ਬੜੇ ਹੈਰਾਨ ਹੋ ਗਏ ਅਤੇ ਚਿੰਤਾ ਦੀ ਮੁਦਰਾ 'ਚ ਚਲੇ ਗਏ। ਗੁਰੂ ਸਾਹਿਬ ਨੇ ਫਿਰ ਕਿਹਾ ਕਿ ਭਾਈ, ਜਦੋਂ ਤੂੰ ਜਲ ਦੇ ਰਿਹਾ ਸੀ ਤੇਰੇ ਮਨ ਵਿੱਚ ਇਹੀ ਚੱਲ ਰਿਹਾ ਸੀ ਨਾ ਕਿ ਵਪਾਰ ਵਿੱਚ ਘਾਟਾ ਪੈ ਜਾਵੇਗਾ, ਜਾ ਕੇ ਮਿਹਨਤ ਦੁੱਗਣੀ ਤਿੱਗਣੀ ਕਰਨੀ ਪਵੇਗੀ ਤਾਂ ਜਾ ਕੇ ਮੇਰਾ ਕੰਮ ਠੀਕ ਹੋਵੇਗਾ। ਅਤੇ ਪੰਡਿਤ ਜੀ ਨੂੰ ਕਿਹਾ ਕਿ ਪੰਡਿਤ ਜੀ, ਤੁਹਾਡੇ ਦਿਮਾਗ ਵਿੱਚ ਵੀ ਇਹੀ ਗੱਲ ਚੱਲ ਰਹੀ ਸੀ ਨਾ ਕਿ ਵੱਧ ਤੋਂ ਵੱਧ ਦਕਸ਼ਨਾ ਮਿਲ ਜਾਵੇ ਤਾਂ ਅੱਜ ਬਹੁਤ ਮਿਹਰ ਰਹੇਗੀ ਪ੍ਰਮਾਤਮਾ ਦੀ। ਇਹ ਗੱਲ ਸੁਣ ਕੇ ਦੋਨਾਂ ਨੇ ਗੁਰੂ ਮਹਾਰਾਜ ਅੱਗੇ ਹੱਥ ਜੋੜ ਲਏ ਅਤੇ ਉਹਨਾਂ ਨੂੰ ਨਤਮਸਤਕ ਹੋਏ। ਪੰਡਿਤ ਜੀ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋ ਗਏ ਸੀ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਸਾਡੇ ਪੰਡਿਤਾਂ ਦੇ ਨਿਵਾਸ ਸਥਾਨ 'ਚ ਚੱਲੋ। ਜਦੋਂ ਗੁਰੂ ਸਾਹਿਬ ਉਹਦੇ ਨਾਲ ਚਲੇ ਗਏ ਤਾਂ ਜਾ ਕੇ ਕੀ ਦੇਖਦੇ ਨੇ ਕਿ ਪੰਡਿਤਾਂ ਦਾ ਜਿਹੜਾ ਨਿਵਾਸ ਸਥਾਨ ਸੀ ਉੱਥੇ ਇੱਕ ਚਿੱਟੀ ਰੇਖਾ ਬਣੀ ਹੋਈ ਸੀ ਜੋ ਕਿ ਸਾਰੀਆਂ ਨੀਚ ਜਾਤੀਆਂ ਦੇ ਲੋਕਾਂ ਨੂੰ ਅੰਦਰ ਨਹੀਂ ਸੀ ਆਉਣ ਦਿੰਦੀ। ਮਤਲਬ ਕਿ ਜੋ ਪੰਡਿਤ ਲੋਕ ਸਨ ਉਸ ਸਮੇਂ, ਉਹ ਅਗਰ ਕੋਈ ਨੀਚ ਜਾਤੀ ਦਾ ਬੰਦਾ ਉਸ ਚਿੱਟੀ ਰੇਖਾ ਨੂੰ ਪਾਰ ਕਰ ਜਾਂਦਾ ਸੀ ਤਾਂ ਉਹ ਐਂ ਸਮਝਦੇ ਸੀ ਕਿ ਸਾਡੀ ਜਿਹੜੀ ਰਸੋਈ ਹੈ ਉਹ ਅਪਵਿੱਤਰ ਹੋ ਗਈ। ਚਲੋ, ਗੁਰੂ ਸਾਹਿਬ ਵੀ ਅੰਦਰ ਜਾ ਕੇ ਬੈਠ ਗਏ ਅਤੇ ਗੁਰੂ ਸਾਹਿਬ ਨੇ ਦੇਖਿਆ ਇੱਕ ਬਹੁਤ ਹੀ ਸਾਫ ਸੁਥਰੇ ਕੱਪੜੇ ਪਾਏ ਹੋਏ ਪੰਡਿਤ ਜੀ ਬੈਠੇ ਸਨ ਜੋ ਕਿ ਪ੍ਰਸ਼ਾਦਾ ਤਿਆਰ ਕਰ ਰਹੇ ਸੀ। ਗੁਰੂ ਸਾਹਿਬ ਨੇ ਉਹਨਾਂ ਦੇ ਵਿੱਚੋਂ ਜਿਹੜੇ ਮੁਖੀ ਪੰਡਿਤ ਜੀ ਸੀ ਉਹਨਾਂ ਨੂੰ ਬੋਲਿਆ ਕਿ ਤੁਹਾਡੀ ਜਿਹੜੀ ਰਸੋਈ ਹੈ ਉਹ ਤਾਂ ਅੱਜ ਅਪਵਿੱਤਰ ਹੋ ਗਈ। ਤਾਂ ਉਹ ਬੋਲੇ ਕਿ ਸਾਡੀ ਰਸੋਈ ਕਿਵੇਂ ਪਵਿੱਤਰ ਹੋ ਸਕਦੀ ਹੈ, ਇੱਥੇ ਤਾਂ ਕੋਈ ਵੀ ਨੀਚ ਜਾਤੀ ਦਾ ਬੰਦਾ ਹੀ ਨਹੀਂ ਵੜਿਆ, ਸਾਡੀ ਰਸੋਈ ਤਾਂ ਬਿਲਕੁਲ ਸਾਫ ਸੁਥਰੀ ਹੈ। ਗੁਰੂ ਸਾਹਿਬ, ਇਹ ਤੁਸੀਂ ਕੀ ਕਹਿ ਰਹੇ ਹੋ। ਗੁਰੂ ਸਾਹਿਬ ਨੇ ਕਿਹਾ ਕਿ 4 ਨੀਚ ਜਾਤ ਦੇ ਵਿਅਕਤੀ ਤਾਂ ਤੁਹਾਡੀ ਰਸੋਈ ਵਿੱਚ ਆਏ ਹੋਏ ਨੇ। ਉਹ ਕਹਿਣ ਲੱਗੇ ਇਹ ਕਿਵੇਂ। ਗੁਰੂ ਸਾਹਿਬ ਨੇ ਸਮਝਾਇਆ ਕਿ ਆਪਣੇ ਅੰਦਰ ਝਾਤੀ ਮਾਰੋ, ਜੋ ਤੁਹਾਡੇ ਮਨ ਦੇ ਬੁਰੇ ਵਿਚਾਰ ਨੇ ਉਹ ਡੂਮ ਹੈ ਜਿਸ ਨੂੰ ਤੁਸੀਂ ਇੱਕ ਛੋਟੀ ਜਾਤ ਮੰਨਦੇ ਹੋ। ਕਿਸੇ ਦੇ ਨਾਲ ਜ਼ਬਰਦਸਤੀ ਜਾਂ ਕਿਸੇ ਨੂੰ ਤੰਗ ਕਰਨਾ ਉਹ ਕਸਾਈਆਂ ਵਾਲਾ ਕਰਮ ਹੈ, ਉਹ ਵੀ ਤੁਹਾਡੇ ਅੰਦਰ ਹੈ ਜੋ ਕਿ ਇੱਕ ਛੋਟੀ ਜਾਤੀ ਹੈ। ਨਿੰਦਾ ਕਰਨ ਵਾਲੇ ਸ਼ੂਦਰ ਤੇ ਅਛੂਤ ਕਰਮ ਉਹ ਵੀ ਤੁਹਾਡੇ ਵਿੱਚ ਹਨ। ਅਤੇ ਜੋ ਤੁਹਾਡੇ ਮਨ ਅੰਦਰ ਕ੍ਰੋਧ ਭਾਂਬੜ ਠਾਈ ਬੈਠਾ ਹੈ
ਉਹ ਇੱਕ ਚੰਡਾਲ ਜਾਤ ਦਾ ਹੈ। ਤੁਸੀਂ ਇਹਨਾਂ ਗੱਲਾਂ ਨੂੰ ਸਮਝੋ। ਗੁਰੂ ਸਾਹਿਬ ਦੀਆਂ ਬ੍ਰਹਮ ਦ੍ਰਿਸ਼ਟੀ ਦੀਆਂ ਗੱਲਾਂ ਸੁਣ ਕੇ ਸਾਰੇ ਪੰਡਤ ਬਹੁਤ ਹੀ ਵਿਰਾਗ ਵਿੱਚ ਚਲੇ ਗਏ ਅਤੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ, ਅਸੀਂ ਤਾਂ ਭੁੱਲੇ ਭਟਕੇ ਫਿਰਦੇ ਸੀ, ਤੁਸੀਂ ਕਿਰਪਾ ਕਰਕੇ ਸਾਨੂੰ ਆਪਣਾ ਸ਼ਿਸ਼ ਬਣਾ ਲਓ। ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਚੇਲਾ ਬਣਨਾ ਕੋਈ ਸੌਖੀ ਗੱਲ ਨਹੀਂ। ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਹ ਪਾਖੰਡ ਛੱਡਣੇ ਪੈਣਗੇ ਅਤੇ ਜੋ ਵੀ ਤੁਹਾਨੇ ਮਾਇਆ ਛਲ ਨਾਲ ਇਕੱਠੀ ਕੀਤੀ ਹੈ ਉਹ ਸਾਰੀ ਚੰਗੇ ਕਰਮਾਂ ਵਿੱਚ ਲਾਉਣੀ ਪਵੇਗੀ। ਉਸ ਤੋਂ ਬਾਅਦ ਪੰਡਤਾਂ ਨੇ ਗੁਰੂ ਸਾਹਿਬ ਦੀ ਆਗਿਆ ਮੰਨੀ ਅਤੇ ਇੱਕ ਦਿਨ ਦੁਬਾਰਾ ਗੁਰੂ ਮਹਾਰਾਜ ਜੀ ਕੋਲ ਆਏ ਅਤੇ ਬੇਨਤੀ ਕੀਤੀ ਕਿ ਹਜ਼ੂਰ, ਅਸੀਂ ਇੱਕ ਹਵਨ ਰੱਖਿਆ ਹੈ। ਉਹ ਹਵਨ ਪਰਮਾਤਮਾ ਦੀ ਯਾਦ ਵਿੱਚ ਹੈ, ਪਰਮਾਤਮਾ ਨੂੰ ਚੇਤੇ ਕਰਨ ਵਾਲਿਆਂ ਲਈ ਹੈ ਕਿ ਆਪ ਜ਼ਰੂਰ ਹਾਜ਼ਰ ਹੋ। ਤਾਂ ਗੁਰੂ ਸਾਹਿਬ ਨੇ ਉੱਥੇ ਉਹਨਾਂ ਦੇ ਹਵਨ ਦਾ ਵੀ ਖੰਡਨ ਕੀਤਾ ਕਿ ਦੇਖੋ, ਜੋ ਪਰਮਾਤਮਾ ਦੀ ਸੱਚੀ ਭਗਤੀ ਹੈ ਉਹ ਅੰਨ ਦੇ ਟੁਕੜੇ ਅੱਗ ਵਿੱਚ ਸਾੜਨ ਨਾਲ ਨਹੀਂ ਹੋ ਸਕਦੀ। ਜੇ ਤੁਸੀਂ ਹਵਨ ਐਸਾ ਕਰਨਾ ਹੀ ਹੈ ਤਾਂ ਸੱਚਾ ਹਵਨ ਤਾਂ ਲੋਕਾਂ ਲਈ ਲੰਗਰ ਚਲਾਉਣਾ ਹੈ, ਸਾਰਿਆਂ ਲਈ ਸਾਂਝੀ ਰਸੋਈ ਖੜੀ ਕਰਨਾ ਹੈ, ਜਿਸ ਵਿੱਚ ਕਿ ਕੋਈ ਵੀ ਜਾਤ ਦਾ, ਕੋਈ ਵੀ ਵਰਗ ਦਾ ਬੰਦਾ ਆ ਕੇ ਪ੍ਰਸ਼ਾਦਾ ਪਾਣੀ ਛਕ ਸਕੇ। ਐਵੇਂ ਦੀ ਕੁਝ ਸਿੱਖਿਆ ਗੁਰੂ ਸਾਹਿਬ ਹਰਿਦੁਆਰ ਦੇ ਪੰਡਤਾਂ ਨੂੰ ਦੇ ਕੇ ਆਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।